हाँ जी, सब तो पहला स्वागत है तुहाडा लर्न विद दीप चैनल विच। असीं प्रीवियस वीडियो विच क्लास 6 का 3rd चैप्टर स्टार्ट किया सीगा फाइबर टू फैब्रिक, जिहदे विच असीं पढ़िया सी कपड़ा किवें बनदा गा। कपड़ा धागे तो बनदा गा, धागा किवें बनदा, धागा फाइबर तो बनदा। फाइबर की हुंदे हैगे रेशे, ते फाइबर कित्थों आउंदे आ? फाइबर प्लांट्स ते एनीमल्स तो आउंदी हैगी, जिहदे विच आपां अगे कंटिन्यू कर रहे हैगे। अज आपां पढ़ना गा भी जिहड़ा कॉटन हैगा, कॉटन की है एक रूम, ये फाइबर हैगा जिहड़ा सानूं किवें मिलदा, कित्थों मिलदा। सब तो पहले गल करदे आं आपां कॉटन दी। हैव यू एवर मेड विक्स फॉर ऑयल लैंप्स? कहंदे विक्स, कहंदे तुसीं कदे बत्तियां बनाईਆਂ ने तेल दे दीवे वास्ते। वट डू यू यूज फॉर मेकिंग दीज विक्स? कहंदे कि इन्हां बत्तियां तुसीं काहदे किहड़ी वस्तु कित्थों बनाउने होगे? बत्तियां आपां कित्थों बनाउने जिहड़ी दीवे च पाउने हैगे। This cotton wool is also used for filling mattresses, quilts or pillows। होर आपां काहदे वास्ते वरतदे आ रूं नूं? पिलो, सराणे भरन वास्ते, रजाइयां भरन वास्ते, है ना। आपां रूं बहुत थां ते वरतदे आंगे। Take some cotton wool, pull it apart and look at its edges. What do you observe? The small thin strands that you see are made up of cotton fiber। ਕਹਿੰਦੇ ਤੁਸੀਂ ਇੱਕ रूं लो, ਉਹਨੂੰ ਤੁਸੀਂ ਖਿੱਚੋ, दूर तक खिच्चो ਤਾਂ ਤੁਸੀਂ ਉਹਦੇ ਤੇ ਇੱਕ ਸਿਰੇ ਨੂੰ ਖਿੱਚੋਗੇ ਤਾਂ ਤੁਹਾਨੂੰ ਛੋਟੇ ਛੋਟੇ ਸਟੈਂਡਸ ਮਿਲਣਗੇ। ਇਹ ਕੀ ਨੇਗੇ? ਕਾਟਨ ਫਾਈਬਰਸ ਨੇ, ਕਾਟਨ ਦੇ रूं ਦੇ ਕੀ ਨੇਗੇ? ਰੇਸ਼ੇ ਨੇਗੇ। ਵੇਅਰ ਡਜ਼ ਦਿਸ ਕਾਟਨ ਵੂਲ ਕਮ ਫਰੋਮ? ਹੁਣ ਇਹ रूं ਕਿੱਥੋਂ ਆਉਂਦੀ ਆ? ਇਟ ਇਜ਼ ਗਰੋਨ ਇਨ ਦ ਫੀਲਡਸ। रूं ਕਿੱਥੋਂ ਆਉਂਦੀ ਹੈਗੀ? रूं ਨੂੰ ਖੇਤਾਂ ਵਿੱਚ ਉਗਾਇਆ ਜਾਂਦਾ ਗਾ, ਇਹਦੇ ਪੌਦੇ ਹੁੰਦੇ ਹੈਗੇ। ਕਾਟਨ ਪਲਾਂਟਸ ਆਰ ਯੂਜ਼ਲੀ ਗਰੋਨ ਐਟ ਪਲੇਸਿਸ ਹੈਵਿੰਗ ਬਲੈਕ ਸੋਇਲ ਐਂਡ ਵਾਰਮ ਕਲਾਈਮੇਟ। ਇਹ रूं ਕਿੱਥੇ? ਕਪਾਹ ਦੇ ਪੌਦੇ ਹੁੰਦੇ ਹੈਗੇ। ਕਪਾਹ ਤੋਂ ਸਾਨੂੰ ਕੀ ਮਿਲਦੀ ਹੈਗੀ? रूं ਮਿਲਦੀ ਹੈਗੀ। ਅਤੇ ਇਹ ਕਿੱਥੇ ਹੁੰਦੀ ਹੈਗੀ? ਜ਼ਿਆਦਾਤਰ ਜਿੱਥੇ ਵਾਰਮ ਗਰਮ ਮੌਸਮ ਜ਼ਿਆਦਾ ਗਰਮ ਹੁੰਦਾ ਗਾ, ਜ਼ਿਆਦਾਤਰ ਉੱਥੇ ਮਿਲਦੀ ਹੈਗੀ, ਅਤੇ ਜਿੱਥੇ ਮਿੱਟੀ ਜਿਹੜੀ ਕਾਲੀ ਹੁੰਦੀ ਹੈਗੀ। ਕੈਨ ਯੂ ਨੇਮ ਸਮ ਸਟੇਟਸ ਆਫ ਆਵਰ ਕੰਟਰੀ ਵੇਅਰ ਕਾਟਨ ਇਜ਼ ਗਰੋਨ? ਕਹਿੰਦੇ ਤੁਸੀਂ ਕੁਛ ਉਹਦੇ ਸਟੇਟਸ ਦੇ ਨਾਮ ਦੱਸ ਸਕਦੇ ਜਿੱਥੇ ਕਾਟਨ ਆ ਜਿਹੜੀ ਉਗਾਈ ਜਾਂਦੀ ਹੈਗੀ। ਮੋਸਟਲੀ ਆਪਣੇ ਪੰਜਾਬ 'ਚ, ਗੁਜਰਾਤ 'ਚ, ਹਰਿਆਣੇ 'ਚ ਕਾਟਨ ਜਿਹੜੀ ਉਗਾਈ ਜਾਂਦੀ ਹੈਗੀ। The fruits of the cotton plant are about the size of lemon। ਤੁਸੀਂ ਜਿਹੜੇ ਨੇ ਕਾਟਨ ਦੇਖੀ ਹੋਣਾ ਉਹਦੇ ਕੀ ਲੱਗੇ ਹੁੰਦੇ ਨੇ? ਟਿੰਡੇ ਲੱਗੇ ਹੁੰਦੇ ਨੇ। ਉਹ ਕਹਿੰਦੇ ਨਿੰਬੂ ਦੇ ਸਾਈਜ਼ ਦੇ ਹੁੰਦੇ ਨੇ ਜਿਹੜੇ ਉਹਦੇ ਲੱਗੇ ਹੁੰਦੇ ਨੇਗੇ, ਕਾਟਨ ਬਾਲਸ ਹੁੰਦੀਆਂ ਨੇ ਜਿਹੜੀਆਂ। ਆਫਟਰ ਮੈਚੋਰਿੰਗ, ਜਦੋਂ ਉਹ ਪੱਕ ਜਾਂਦੇ ਨੇ, ਟਿੰਡੇ ਹੁੰਦੇ ਨੇ ਜਿਹੜੇ, ਦ ਵਾਲਸ ਬਸਟ ਓਪਨ ਐਂਡ ਦ ਸੀਡਸ ਕਵਰਡ ਵਿਦ ਕਾਟਨ ਫਾਈਬਰਸ ਕੈਨ ਬੀ ਸੀਨ। ਕਹਿੰਦੇ ਫਿਰ ਜਦੋਂ ਉਹ ਪੱਕ ਜਾਂਦੇ ਨੇ ਤਾਂ ਫੁੱਟ ਜਾਂਦੇ ਨੇਗੇ, ਅਤੇ ਉਹਦੇ ਵਿੱਚੋਂ ਕੀ ਹੋ ਜਾਂਦਾ ਗਾ? ਜਿਹੜੇ ਕਾਟਨ ਦੇ ਸੀਡਸ ਹੁੰਦੇ ਨੇਗੇ ਉਹ ਮਤਲਬ ਜਿਹੜੇ ਉਹ ਹੁੰਦੇ ਨੇਗੇ, ਫਾਈਬਰ ਹੁੰਦੀ ਹੈ ਕਾਟਨ ਦੇ रूं ਦੀ, ਉਹ ਬਾਹਰ ਨਿਕਲ ਆਉਂਦੀ ਹੈਗੀ। ਹੈਵ ਯੂ ਐਵਰ ਸੀਨ ਅ ਕਾਟਨ ਫੀਲਡ ਦੈਟ ਇਜ਼ ਰੈਡੀ ਫਾਰ ਪਿਕਿੰਗ? ਕਹਿੰਦੇ ਤੁਸੀਂ ਕਦੇ ਉਹਦਾ ਕਪਾਹ ਦਾ ਖੇਤ ਦੇਖਿਆ ਜਿਹੜਾ ਕਿ ਚੁਗਣ ਵਾਸਤੇ ਤਿਆਰ ਹੋਵੇ। ਇਟ ਲੁਕਸ ਲਾਈਕ ਅ ਫੀਲਡ ਕਵਰਡ ਵਿਦ ਸਨੋ। ਇਹ ਕਹਿੰਦੇ ਇਸ ਤਰ੍ਹਾਂ ਲੱਗਦਾ ਹੁੰਦਾ ਗਾ ਜਿਵੇਂ ਬਰਫ਼ ਖਿੰਡੀ ਪਈ ਹੋਵੇ। ਫਰੋਮ ਦੀਜ਼ ਬਾਲਸ ਕਾਟਨ ਇਜ਼ ਯੂਜ਼ਲੀ ਪਿਕਡ ਬਾਈ ਹੈਂਡ। ਹੁਣ ਇਹਨਾਂ ਜਿਹੜੀ ਬਾਲਸ ਹੁੰਦੀਆਂ ਨੇ, ਜਿਹੜੇ ਟਿੰਡੇ ਹੁੰਦੇ ਨੇ, ਇਹਨਾਂ ਟਿੰਡੇ ਤੋਂ ਕਪਾਹ ਕਿਵੇਂ ਲਈ ਜਾਂਦੀ ਹੈਗੀ? रूं ਨੂੰ ਕਿਵੇਂ ਲਿਆ ਜਾਂਦਾ? ਹੱਥ ਨਾਲ ਚੁੱਕ ਕੇ ਲਿਆ ਜਾਂਦਾ ਗਾ। ਫਾਈਬਰਸ ਆਰ ਦੈਨ ਸੈਪਰੇਟਡ ਫਰੋਮ ਦ ਸੀਡਸ ਬਾਈ ਕੰਬਾਈਨਿੰਗ। ਫਿਰ ਹੁਣ ਉਹ ਜਿਹੜੀ रूं ਹੁੰਦੀ ਹੈਗੀ ਉਹਦੇ ਵਿੱਚ ਕੀ ਹੁੰਦੇ ਨੇਗੇ? ਸੀਡ ਵੀ ਹੁੰਦੇ ਨੇ। ਸੀਡ ਬੜੇਵੇਂ ਸੁਣਿਆ ਹੋਣਾ ਤੁਸੀਂ, ਬੜੇਵੇਂ ਹੁੰਦੇ ਨੇਗੇ। ਉਹ ਬੜੇਵੇਂ ਤੋਂ ਕਿਵੇਂ ਅੱਡ ਕੀਤਾ ਜਾਂਦਾ? ਫਿਰ ਉਹਨੂੰ ਬੜੇਵੇਂ ਅੱਡ ਕਰ ਲਏ ਜਾਂਦੇ ਨੇਗੇ, ਕਪਾਹ ਜਿਹੜੀ ਉਹ ਅੱਡ ਕਰ ਲਈ ਜਾਂਦੀ ਹੈਗੀ। ਦਿਸ ਪ੍ਰੋਸੈਸ ਇਜ਼ ਕਾਲਡ ਗਿੰਨਿੰਗ ਆਫ ਕਾਟਨ। ਜਦੋਂ ਆਪਾਂ ਕਪਾਹ ਨੂੰ ਅੱਡ ਕਰ ਲੈਣੇ ਹੈਗੇ, ਉਹਦੇ ਜਿਹੜੇ ਸੀਡ ਹੁੰਦੇ ਨੇ ਉਹਨੂੰ ਅੱਡ ਕਰ ਲੈਣੇ, ਉਹਨੂੰ ਆਪਾਂ ਕੀ ਕਹਿੰਦੇ ਹੈਗੇ? ਗਿੰਨਿੰਗ ਆਫ ਕਾਟਨ ਕਹਿੰਦੇ ਹੈਗੇ। ਗਿੰਨਿੰਗ ਵਾਜ਼ ਟ੍ਰੈਡੀਸ਼ਨਲੀ ਡਨ ਬਾਈ ਹੈਂਡ। ਪਹਿਲਾਂ ਇਹ ਹੱਥਾਂ ਨਾਲ ਕੀਤੀ ਜਾਂਦੀ ਸੀਗੀ। ਅੱਜ ਕੱਲ੍ਹ ਇਹਦੇ ਵਾਸਤੇ ਕੀ ਹੋ ਗਈਆਂ? ਮਸ਼ੀਨਾਂ ਯੂਜ਼ ਕੀਤੀਆਂ ਜਾਂਦੀਆਂ ਨੇਗੀਆਂ। ਤੁਸੀਂ ਸੁਣਿਆ ਹੋਣਾ ਗਿੰਨਿੰਗ ਕਿਸ ਨਾਲ? ਬੇਲਣਾ, ਕਪਾਹ ਨੂੰ ਬੇਲਣਾ। ਕਪਾਹ ਨੂੰ ਬੇਲਣਾ ਕੀ ਹੁੰਦਾ ਹੈਗਾ? ਮਤਲਬ ਕਪਾਹ ਅੱਡ ਕਰ ਲੈਣੀ, रूं ਅੱਡ ਕਰ ਲੈਣੀ, ਉਹਦੇ 'ਚੋਂ ਜਿਹੜੇ ਬੜੇਵੇਂ ਆ ਉਹ ਅੱਡ ਕਰ ਦੇਣੀ। ਪਹਿਲਾਂ ਮਸ਼ੀਨ ਨਾਲ ਕੀਤੀ ਜਾਂਦੀ ਸੀ, ਪਹਿਲਾਂ ਇਹ ਹੱਥਾਂ ਨਾਲ ਹੀ ਕੀਤੀ ਜਾਂਦੀ ਸੀ। ਅੱਜ ਕੱਲ੍ਹ ਇਹਦੇ ਵਾਸਤੇ ਮਸ਼ੀਨਾਂ ਵਰਤੀਆਂ ਜਾਂਦੀਆਂ ਨੇਗੀਆਂ रूं ਨੂੰ ਬੇਲਣ ਵਾਸਤੇ। ਇਹ ਆਦਿ ਜੋ ਆ ਕਰ ਰਹੇ ਨੇਗੇ, ਇਹ ਕੀ ਕਰ ਰਹੇ ਨੇਗੇ? ਇਸ ਤਰ੍ਹਾਂ ਪਹਿਲਾਂ ਹੱਥਾਂ ਨਾਲ ਕੀਤਾ ਜਾਂਦਾ ਸੀਗਾ। ਜੂਟ, ਅੱਗੇ ਆਪਾਂ ਗੱਲ ਕਰ ਦੇਂਗੇ ਜੂਟ ਦੀ। ਜੂਟ ਦਾ ਵੀ ਇੱਕ ਪੌਦਾ ਹੁੰਦਾ ਗਾ ਜਿੱਥੋਂ ਅਸੀਂ ਜੂਟ ਦਾ ਫਾਈਬਰ ਲੈਂਦੇ ਹੈਗੇ, ਰੇਸ਼ਾ ਲੈਂਦੇ ਹੈਗੇ। ਜੂਟ ਫਾਈਬਰ ਇਜ਼ ਓਬਟੇਨਡ ਫਰੋਮ ਦ ਸਟੈਮ ਆਫ ਦ ਜੂਟ ਪਲਾਂਟ। ਜਿਹੜਾ ਜੂਟ ਦਾ ਰੇਸ਼ਾ ਗਾ ਉਹ ਕਿੱਥੋਂ ਲਿਆ ਜਾਂਦਾ ਗਾ? ਜੂਟ ਦਾ ਇੱਕ ਪੌਦਾ ਹੁੰਦਾ ਗਾ, ਉਹਦੇ ਤਣੇ ਤੋਂ ਲਿਆ ਜਾਂਦਾ ਗਾ। ਇਟ ਇਜ਼ ਕਲਟੀਵੇਟਡ ਡਿਊਰਿੰਗ ਦ ਰੇਨੀ ਸੀਜ਼ਨ। ਇਹ ਕਦੋਂ ਹੁੰਦਾ ਗਾ? ਜਦੋਂ ਮੀਂਹ ਵਾਲੇ ਸੀਜ਼ਨ 'ਚ ਹੁੰਦਾ ਗਾ, ਜਦੋਂ ਮੀਂਹ ਜ਼ਿਆਦਾ ਪੈਂਦੇ ਨੇ। ਇਨ ਇੰਡੀਆ ਜੂਟ ਇਜ਼ ਮੇਨਲੀ ਗਰੋਨ ਇਨ ਵੈਸਟ ਬੰਗਾਲ, ਬਿਹਾਰ ਐਂਡ ਅਸਾਮ। ਇਹ ਜ਼ਿਆਦਾਤਰ ਕਿੱਥੇ ਹੁੰਦਾ? ਜਿਹੜੇ ਉਹ ਦੂਸਰੇ ਇੰਡੀਆ ਦੇ ਵਿੱਚ, ਅਸਾਮ ਦੇ ਵਿੱਚ, ਬਿਹਾਰ 'ਚ, ਵੈਸਟ ਬੰਗਾਲ 'ਚ ਜ਼ਿਆਦਾ, ਜਿਵੇਂ ਆਪਣੇ ਕਪਾਹ ਹੁੰਦੀ ਆ ਉਸ ਤਰ੍ਹਾਂ ਉੱਥੇ ਕੀ ਹੁੰਦੀ ਹੈਗੀ? ਜੂਟ ਹੁੰਦੀ ਆ।
ਦ ਜੂਟ ਪਲਾਂਟ ਇਜ਼ ਨਾਰਮਲੀ ਹਾਰਵੈਸਟਡ ਵੈਨ ਇਟ ਇਜ਼ ਐਟ ਫਲਾਵਰਿੰਗ ਸਟੇਜ। ਜਦੋਂ ਇਹ 'ਤੇ ਫੁੱਲ ਲੱਗਣੇ ਸ਼ੁਰੂ ਹੋ ਜਾਂਦੇ ਨੇ ਉਦੋਂ ਨੂੰ ਕੀ ਲਿਆ ਜਾਂਦਾ, ਜੂਟ ਦੇ ਪਲਾਂਟ ਨੂੰ ਕੱਟ ਲਿਆ ਜਾਂਦਾ ਗਾ। The stems of the harvested plants are immersed in water for a few days। ਜਦੋਂ ਜਿਹੜੇ ਜੂਟ ਦੇ ਪਲਾਂਟ ਦੀਆਂ ਜਦੋਂ ਕੱਟ ਲਿਆ ਜਾਂਦਾ ਉਸ ਤੋਂ ਬਾਅਦ ਜਿਹੜੇ ਤਣੇ ਨੂੰ ਪਾਣੀ ਦੇ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ ਕਈ ਦਿਨ ਦੇ ਲਈ। The stem rot, ਜਦੋਂ ਸਟੈਮ ਆ ਜਿਹੜੀ ਤਣਾ ਗਲ ਜਾਂਦਾ ਗਾ। ਐਂਡ ਫਾਈਬਰਸ ਆਰ ਸੈਪਰੇਟਡ ਬਾਈ ਹੈਂਡ, ਤਾਂ ਉਹਦੇ ਜਿਹੜੇ ਰੇਸ਼ ਨੇ ਉਹ ਹੱਥ ਨਾਲ ਅਲੱਗ ਕਰ ਲਏ ਜਾਂਦੇ ਨੇਗੇ। To make fabrics, all these fibers are first converted into yarns। ਇਹਨਾਂ ਕੱਪੜਿਆਂ ਨੂੰ ਬਣਾਉਣ ਵਾਸਤੇ ਫਿਰ ਜਿਹੜੇ ਰੇਸ਼ੇ ਹੁੰਦੇ ਨੇ ਉਹਨਾਂ ਨੂੰ ਧਾਗਿਆਂ 'ਚ ਕਨਵਰਟ ਕੀਤਾ ਜਾਂਦਾ ਗਾ। ਤੇ ਇਹ ਕਿਵੇਂ ਕਰਦੇ ਆ ਅੱਗੇ ਆਪਾਂ ਇਹ ਦੇਖਣਾ ਗਾ ਵੀ ਕਿਵੇਂ ਹੁਣ ਉਹਦੇ ਵਿੱਚੋਂ ਜਿਹੜੇ ਉਹ ਧਾਗੇ ਕਿਵੇਂ ਬਣਾਏ ਜਾਂਦੇ ਨੇ ਗੇ। ਕਿ ਤੁਸੀਂ ਵੀ ਟਰਾਈ ਕਰੋ, ਆਪਾਂ ਰੇਸ਼ੇ ਤੋਂ ਧਾਗਾ ਬਹੁਤ ਆਸਾਨੀ ਨਾਲ ਬਣਾ ਸਕਦੇ ਹੈਗੇ। ਸਪਿਨਿੰਗ ਕਾਟਨ ਜਾਰਨ, ਸਪਿਨਿੰਗ ਕੀ ਹੁੰਦੀ ਹੈ ਕਤਾਈ। ਹੁਣ ਧਾਗਾ ਨੂੰ ਕਿਵੇਂ ਕੱਤਦੇ ਹੈਗੇ। ਹੋਲਡ ਸਮ ਕਾਟਨ ਵੂਲ ਇਨ ਵਨ, ਇਹਦੇ ਵਾਸਤੇ ਐਕਟੀਵਿਟੀ ਕਰਨੀ ਹੈਗੀ। ਕਹਿੰਦੇ ਇੱਕ ਹੱਥ ਦੇ ਵਿੱਚ ਕਾਟਨ ਵੂਲ ਲਓ, ਰੂੰ ਲਓ ਇੱਕ ਹੱਥ ਦੇ ਵਿੱਚ। ਪਿੰਚ ਸਮ ਕਾਟਨ ਬਿਟਵੀਨ ਦ ਥੰਬ ਐਂਡ 4 ਫਿੰਗਰ ਫਾਰ ਦ ਅਦਰ ਹੈਂਡ। ਕਹਿੰਦੇ ਇੱਕ ਚੁਟਕੀ ਦੇ ਵਿੱਚ ਕੀ ਲਓ, ਰੂੰ ਦਾ ਇੱਕ ਸਿਰਾ ਲੈ ਲਓ। ਨੋ ਜੈਂਟਲੀ ਸਟਾਰਟ ਪੁਲਿੰਗ, ਫਿਰ ਉਹਨੂੰ ਖਿੱਚੋ ਕਾਟਨ ਨੂੰ। ਬਾਈਲ ਕੰਟੀਨਿਊਸਲੀ ਟਵਿਸਟਿੰਗ ਦ ਫਾਈਬਰਸ, ਕਹਿੰਦੇ ਜਿੰਨਾ ਚਿਰ ਉਹ ਜਿਹੜੇ ਰੇਸ਼ੇ ਨਹੀਂ ਨਿਕਲਦੇ ਉਹਨਾਂ ਚਿਰ ਉਹਨੂੰ ਖਿੱਚੀ ਜਾਓ। ਆਰ ਯੂ ਏਬਲ ਟੂ ਮੇਕ ਅ ਜਾਰਨ, ਇਹਦੇ ਨਾਲ ਆਪਾਂ ਕੀ ਕਰਾਂਗੇ ਇਸ ਤਰ੍ਹਾਂ ਆਪਾਂ ਧਾਗਾ ਲੈ ਲਾਂਗੇ। ਉਹ ਤੋਂ ਸਾਨੂੰ ਰੇਸ਼ੇ ਤੋਂ ਕੀ ਮਿਲ ਜੂਗਾ, ਧਾਗਾ ਮਿਲ ਜੂ। ਉਹਨੂੰ ਆਪਾਂ ਚੁਟਕੀ ਦੇ ਵਿੱਚ ਉਹਨੂੰ ਆਪਾਂ ਖਿੱਚੀ ਜਾਵਾਂਗੇ। ਦ ਪ੍ਰੋਸੈਸ ਆਫ ਮੇਕਿੰਗ ਜਾਰਨ ਫਰੋਮ ਫਾਈਬਰ ਇਜ਼ ਕਾਲਡ ਸਪਿਨਿੰਗ। ਧਾਗੇ ਤੋਂ ਉਹਨੂੰ ਧਾਗਾ ਬਣਾਉਣਾ, ਰੇਸ਼ੇ ਤੋਂ ਧਾਗੇ ਬਣਾਉਣ ਦੀ ਕਿਰਿਆ ਨੂੰ ਕੀ ਕਹਿੰਦੇ ਨੇ, ਸਪਿਨਿੰਗ ਕਹਿੰਦੇ ਨੇ। ਸਪਿਨਿੰਗ ਕੀ ਕਹਿੰਦੇ ਆਪਾਂ ਕਤਾਈ, ਕੱਤਣਾ। ਧਾਗੇ ਤੋਂ ਜਦੋਂ ਆਪਾਂ ਧਾਗਾ ਬਣਾਉਂਦੇ ਆਪਾਂ ਫਾਈਬਰ ਤੋਂ ਰੇਸ਼ੇ ਤੋਂ ਉਹਨੂੰ ਆਪਾਂ ਕੀ ਕਹਿੰਦੇ ਆ, ਇਹ ਸਪਿਨਿੰਗ ਕਹਿੰਦੇ ਆ। ਸਪਿਨਿੰਗ ਕੀ ਹੁੰਦਾ ਗਾ, ਕੱਤਣਾ। ਇਨ ਦਿਸ ਪ੍ਰੋਸੈਸ ਫਾਈਬਰਸ ਫਰੋਮ ਮਾਸ ਆਫ ਕਾਟਨ ਵੂਲ ਆਰ ਡਰਾਨ ਆਊਟ ਐਂਡ ਟਵਿਸਟਡ। ਇਹਦੇ ਵਿੱਚ ਜਿਹੜੀ ਕਾਟਨ ਵੂਲ ਹੈਗੀ ਉਹਦੇ 'ਚੋਂ ਧਾਗਾ ਖਿੱਚਿਆ ਜਾਂਦਾ ਅਤੇ ਉਹਨੂੰ ਵੱਟ ਦਿੱਤਾ ਜਾਂਦਾ ਗਾ। ਦਿਸ ਬ੍ਰਿੰਗਸ ਦ ਫਾਈਬਰ ਟੂਗੈਦਰ ਟੂ ਫਾਰਮ ਜਾਰਨ, ਇਹ ਤੋਂ ਕੀ ਬਣਾਇਆ ਜਾਂਦਾ ਫਿਰ ਧਾਗਾ ਤਿਆਰ ਕੀਤਾ ਜਾਂਦਾ ਗਾ। ਅ ਸਿੰਪਲ ਡਿਵਾਈਸ ਯੂਜ਼ਡ ਫਾਰ ਸਪਿਨਿੰਗ ਇਜ਼ ਅ ਹੈਂਡ ਸਪਿੰਡਲ, ਆਲਸੋ ਨੋਨ ਐਜ਼ ਤੱਕਲੀ। ਇੱਕ ਬਹੁਤ ਹੀ ਸਿੰਪਲ ਜਿਹੜੀ ਡਿਵਾਈਸ ਹੈਗੀ ਵਰਤੀ ਜਾਂਦੀ ਹੈਗੀ, ਇੱਕ ਯੰਤਰ ਵਰਤਿਆ ਜਾਂਦਾ ਗਾ ਉਹਨੂੰ ਕੱਤਣ ਵਾਸਤੇ, ਉਹਨੂੰ ਕੀ ਕਹਿੰਦੇ ਆਪਾਂ ਤੱਕਲੀ ਕਹਿੰਦੇ ਹੈਗੀ। ਅਨਦਰ ਹੈਂਡ ਆਪਰੇਟਡ ਡਿਵਾਈਸ ਯੂਜ਼ਡ ਫਾਰ ਸਪਿਨਿੰਗ ਇਜ਼ ਚਰਖਾ। ਦੂਸਰੀ ਹੋਰ ਜਿਹੜੀ ਡਿਵਾਈਸ ਵਰਤਣੀ, ਚਰਖਾ ਵਰਤਿਆ ਜਾਂਦਾ ਗਾ ਕੱਤਣ ਵਾਸਤੇ, ਧਾਗਾ ਬਣਾਉਣ ਵਾਸਤੇ। ਰੇਸ਼ੇ ਤੋਂ ਕੀ ਵਰਤੇ ਲੋਕ, ਚਰਖਾ ਵਰਤਦੇ ਹੈਗੇ। ਯੂਜ਼ ਆਫ ਚਰਖਾ ਵਾਸ popularized by Mahatma Gandhi as part of independence movement. He encouraged people to wear clothes made of homespun yarn and spun imported cloth made in the mills of Britain। ਜਿਹੜੇ ਮਹਾਤਮਾ ਗਾਂਧੀ ਸੀਗੇ ਉਹਨਾਂ ਨੇ ਲੋਕਾਂ ਨੂੰ ਕਿਹਾ ਸੀ ਵੱਧ ਤੋਂ ਵੱਧ ਚਰਖੇ ਦਾ ਉਪਯੋਗ ਕਰਕੇ ਕੱਪੜਾ ਆਪ ਤਿਆਰ ਕਰੋ। ਵੀ ਜਿਹੜੇ ਅੰਗਰੇਜ਼ ਕੱਪੜਾ ਤਿਆਰ ਕਰਦੇ ਨੇਗੇ ਉਹ ਭੇਜਦੇ ਨੇ ਬਾਹਰੋਂ, ਉਹ ਕੱਪੜਾ ਨਹੀਂ ਖਰੀਦਣਾ ਹੈਗਾ, ਕੱਪੜਾ ਆਪਦੇ ਹੱਥ ਨਾਲ ਚਰਖੇ 'ਤੇ ਤਿਆਰ ਕਰਕੇ ਹੀ ਪਾਉਣਾ ਗਾ। ਸਪਿਨਿੰਗ ਆਫ ਜਾਰਨ ਔਨ ਦ ਲਾਰਜ ਸਕੇਲ ਇਜ਼ ਡਨ ਵਿਦ ਦ ਹੈਲਪ ਆਫ ਸਪਿਨਿੰਗ ਮਸ਼ੀਨਸ। ਹੁਣ ਬਹੁਤ ਜ਼ਿਆਦਾ ਜਿਹੜੀ ਕਤਾਈ ਹੈਗੀ ਮਸ਼ੀਨਾਂ ਨਾਲ ਕੀਤੀ ਜਾਂਦੀ ਹੈਗੀ। ਆਫਟਰ ਸਪਿਨਿੰਗ ਜਾਰਨ ਆਰ ਯੂਜ਼ ਫਾਰ ਮੇਕਿੰਗ ਫੈਬਰਿਕਸ, ਜਦੋਂ ਕੱਪੜੇ ਨੂੰ ਕੱਤ ਲਿਆ ਜਾਂਦਾ ਗਾ, ਧਾਗਾ ਬਣ ਜਾਂਦਾ ਗਾ, ਫਿਰ ਉਹ ਤੋਂ ਕੀ ਬਣਾਇਆ ਜਾਂਦਾ ਗਾ, ਕੱਪੜਾ ਬਣਾਇਆ ਜਾਂਦਾ ਗਾ। ਹੁਣ ਆਪਾਂ ਕੀ ਦੇਖਿਆ ਵੀ ਪਹਿਲਾਂ ਆਪਾਂ ਫਾਈਬਰ ਲਿਆ, ਫਾਈਬਰ ਕਿੱਥੋਂ ਲਿਆ ਆਪਾਂ, ਪਲਾਂਟਸ ਤੋਂ ਲਿਆ। ਕਾਟਨ ਲਈ ਜਿਵੇਂ ਜੂਟ ਲਿਆ, ਫਿਰ ਉਹ ਤੋਂ ਆਪਾਂ ਕੀ ਬਣਾਇਆ, ਉਹਨੂੰ ਖਿੱਚ ਕੇ ਤਾਂ ਉਹਨੂੰ ਕੱਤ ਕੇ ਕੀ ਕੀਤਾ, ਧਾਗਾ ਬਣਾ ਲਿਆ। ਫਿਰ ਆਪਾਂ ਧਾਗੇ ਤੋਂ ਅੱਗੇ ਕੀ ਬਣਾਉਣਾ ਗਾ, ਕੱਪੜਾ ਬਣਾਉਣਾ। ਅੱਗੇ ਪੜ੍ਹਨਾ ਵੀ ਕੱਪੜਾ ਕਿਵੇਂ ਬਣਦਾ ਗਾ। These are many ways by which fabrics are made from yarns। ਇੱਥੇ ਕਹਿੰਦੇ ਬਹੁਤ ਸਾਰੇ ਤਰੀਕੇ ਨੇਗੇ ਜਿਹ ਤੋਂ ਜਿਹੜਾ ਧਾਗੇ ਤੋਂ ਕੀ ਬਣਾਇਆ ਜਾਂਦਾ ਗਾ, ਕੱਪੜਾ ਬਣਾਇਆ ਜਾਂਦਾ ਗਾ। ਦ ਟੂ ਮੇਨ ਪ੍ਰੋਸੈਸ ਕਿਹੜੇ ਨੇ, ਇੱਕ ਤਾਂ ਹੈਗੇ ਵੀਵਿੰਗ, ਇੱਕ ਹੈਗੇ ਨੀਟਿੰਗ। ਵੀਵਿੰਗ ਕੀ ਹੁੰਦਾ ਗਾ, ਬੁਣਨਾ, ਅਤੇ ਨੀਟਿੰਗ ਵੀ ਕੀ ਹੁੰਦਾ ਗਾ, ਇਹ ਵੀ ਬੁਣਨਾ ਹੀ ਹੁੰਦਾ ਗਾ, ਬੁਣਾਈ ਕਰਨੀ। ਪਰ ਇਹਦੇ ਦੋ ਵੱਖ-ਵੱਖ ਤਰੀਕੇ ਨੇ, ਵੱਖ-ਵੱਖ ਤਰੀਕਿਆਂ ਨਾਲ ਕੀ ਕੀਤਾ ਜਾਂਦਾ ਗਾ। ਵੀਵਿੰਗ 'ਚ ਕੀ ਕਰਦੇ ਨੇ ਲੋਕ ਆਪਾਂ ਦੇਖਦੇ ਹਾਂਗੇ। ਐਕਟੀਵਿਟੀ 2 ਦੇ ਵਿੱਚ ਕਹਿੰਦੇ ਯੂ ਮਾਈਟ ਹੈਵ ਨੋਟਿਸ ਦੈਟ ਆ ਫੈਬਰਿਕ ਇਜ਼ ਮੇਡ ਅਪ ਆਫ 2 sets of yarns arranged together। The process of arranging 2 sets of yarns together to make a fabric is called weaving। Let us try to weave some paper strips। ਕਹਿੰਦੇ ਤੁਸੀਂ ਦੇਖਿਆ ਹੋਣਾ ਆਪਾਂ ਐਕਟੀਵਿਟੀ 2 ਕੀਤੀ ਸੀ, ਉਹਦੇ ਜਦੋਂ ਆਪਾਂ ਇੱਕ ਧਾਗੇ ਨੂੰ ਖਿੱਚ ਰਹੇ ਸੀ ਆਪਾਂ ਦੇਖਿਆ ਸੀ ਜਿਹੜੀ ਧਾਗੇ ਕੱਪੜਾ ਸੀ ਉਹ ਕਿਵੇਂ ਬਣਿਆ ਸੀਗਾ, ਵੀ ਧਾਗੇ ਅਰੇਂਜ ਕੀਤੇ ਹੋਏ ਸੀ ਇੱਕ ਅਰੇਂਜਮੈਂਟ ਦੇ ਵਿੱਚ ਸਪੈਸ਼ਲੀ। ਅਤੇ ਉਹ ਜਿਹੜਾ ਜੋ ਧਾਗੇ ਅਰੇਂਜ ਕਰਕੇ ਆਪਾਂ ਤਿਆਰ ਕਰਦੇ ਹਾਂ ਉਹਨੂੰ ਆਪਾਂ ਕੀ ਕਹਿੰਦੇ, ਕੱਪੜਾ ਕਹਿੰਦੇ ਹੈਗੇ, ਬੁਣਨਾ ਕਹਿੰਦੇ। ਜਦੋਂ ਧਾਗਿਆਂ ਨੂੰ ਅਰੇਂਜ ਕਰਕੇ ਕੱਪੜਾ ਬਣਾਉਣਾ ਹੈਗੇ ਉਹਨੂੰ ਆਪਾਂ ਕੀ ਕਹਿੰਦੇ, ਵੀਵਿੰਗ। ਵੀਵਿੰਗ ਕੀ ਹੁੰਦਾ ਗਾ, ਬੁਣਨਾ।
ਇਹਦੇ ਵਾਸਤੇ ਕਹਿੰਦੇ ਐਕਟੀਵਿਟੀ 5 ਕਰਨੀ ਗੀ। ਹੁਣ ਆਪਾਂ ਕਿਵੇਂ ਬੁਣਦੇ ਨੇ, ਆਪਾਂ ਇੱਕ ਕਹਿੰਦੇ ਕੱਪੜੇ ਤੁਸੀਂ ਇਹਦੇ ਕਾਗਜ਼ਾਂ ਤੋਂ ਬਣਾ ਕੇ ਦੇਖਣਾ ਗਾ, ਉਸ ਤਰੀਕੇ ਕੀ ਕਹਿੰਦਾ ਕੱਪੜਾ ਬੁਣਿਆ ਜਾਂਦਾ ਗਾ। ਟੇਕ 2 ਸ਼ੀਟਸ ਆਫ ਪੇਪਰ ਆਫ ਡਿਫਰੈਂਟ ਕਲਰਸ, ਕਹਿੰਦੇ ਦੋ ਸ਼ੀਟਾਂ ਲਓ ਉਹਦੀਆਂ ਕਾਗਜ਼ ਦੀਆਂ ਡਿਫਰੈਂਟ ਕਲਰ ਦੀਆਂ। ਕੱਟ ਸਕੇਅਰ ਪੀਸਸ ਆਫ ਲੈਂਥ ਐਂਡ ਵਿਡਥ ਇਕੁਅਲ ਟੂ 30 ਸੈਂਟੀਮੀਟਰ ਈਚ ਸ਼ੀਟ, ਹਰੇਕ ਸ਼ੀਟ ਨੂੰ 30 ਸੈਂਟੀਮੀਟਰ ਦਾ ਕੱਟ ਲਓ। ਕਹਿੰਦੇ ਦੋਨੇ ਡਿਫਰੈਂਟ ਕਲਰ ਦੇ ਹੋਣੇ ਚਾਹੀਦੇ ਨੇਗੇ। ਨਾਓ ਫੋਲਡ ਬੋਥ ਦਾ ਸ਼ੀਟਸ ਇਨਟੂ ਹਾਫ, ਹੁਣ ਉਹਨਾਂ ਦੇ ਹਾਫ ਕਰ ਲਓ ਦੋਨਾਂ ਸ਼ੀਟ ਦੇ। ਔਨ ਵਨ ਸ਼ੀਟ ਡਰਾ ਲਾਈਨਸ, ਇੱਕ ਸ਼ੀਟ 'ਤੇ ਕੀ ਕਰੋ ਲਾਈਨਾਂ ਡਰਾ ਕਰ ਲਓ। ਇਨ ਦ ਫਿਗਰ, ਜਿਵੇਂ ਆਹ ਵਾਲੀ ਇੱਕ ਫਿਗਰ ਦਿੱਤੀ ਹੋਏਗੀ, ਇਹਦੇ ਵਿੱਚ ਜਿਵੇਂ ਕੀਤਾ ਗਾ ਇਸ ਤਰ੍ਹਾਂ ਇੱਕ ਲਾਈਨਾਂ ਡਰਾ ਕਰ ਲਓ। ਕਹਿੰਦੀ ਐਂਡ ਦ ਅਦਰ ਐ ਸ਼ੋਨ ਇਨ ਫਿਗਰ, ਜਿਹੜੀ 3.12 ਜਿਵੇਂ ਦਿੱਤਾ ਹੋਇਆ ਗਾ ਉਹਦੇ ਵਿੱਚ ਕੀ ਕਰਨਾ ਫਿਰ, ਕੱਟ ਬੋਥ ਦਾ ਸ਼ੀਟ, ਦੋਨੋਂ ਸ਼ੀਟ ਨੂੰ ਕੱਟਣਾ ਗਾ ਅਲੋਂਗ ਦ ਡੋਟਡ ਲਾਈਨਸ ਐਂਡ ਦੈਨ ਅਨਫੋਲਡਡ, ਫਿਰ ਉਹਨੂੰ ਅਨਫੋਲਡ ਕਰਨਾ ਗਾ। ਐਂਡ ਵੀਵ ਦ ਸਟ੍ਰਿਪਸ 1 ਬਾਈ 1 ਥਰੂ ਦ ਕੱਟਸ ਇਨ ਦ ਸ਼ੀਟ ਆਫ ਪੇਪਰ ਐਜ਼ ਸ਼ੋਨ, ਜਿਵੇਂ ਫਿਗਰ ਵਿੱਚ ਦਿੱਤਾ ਹੋਇਆ ਉਸ ਤਰ੍ਹਾਂ ਕੀ ਕਰਨਾ ਕਹਿੰਦੇ ਫਿਰ ਬੁਣਨਾ ਗਾ। ਕਿਵੇਂ ਬੁਣਨਾ ਗਾ, ਇੱਕ ਸ਼ੀਟ ਉੱਪਰ ਰੱਖਣੀ ਹੈ, ਇੱਕ ਸਟੈਪ ਨੀਚੇ, ਇੱਕ ਉੱਪਰ ਇੱਕ ਨੀਚੇ, ਇਸ ਤਰ੍ਹਾਂ ਕਿ ਇਸੇ ਤਰ੍ਹਾਂ ਹੀ ਕੱਪੜਾ ਜਿਹੜਾ ਬੁਣਿਆ ਜਾਂਦਾ ਗਾ। In a similar manner, 2 sets of yarn are woven to make a fabric, ਇਸੇ ਤਰ੍ਹਾਂ 2 ਸੈਟਸ ਤੋਂ ਕੀ ਕੀਤਾ ਜਾਂਦਾ ਕੱਪੜਾ ਤਿਆਰ ਕੀਤਾ ਜਾਂਦਾ ਗਾ। ਤਾਂ yarns are much thinner, yarn ਜਿਹੜੇ ਬਹੁਤ ਜ਼ਿਆਦਾ ਪਤਲੇ ਹੁੰਦੇ ਨੇ ਪੇਪਰ ਦੇ ਬਜਾਏ। ਤੇ ਵੀਵਿੰਗ ਆਫ ਫੈਬਰਿਕ ਇਜ਼ ਡਨ ਔਨ ਲੂਮਸ, ਲੂਮਸ ਕੀ ਜਿਹੜੀ ਹੁਣ ਬੁਣੀ ਹੈਗੀ ਕਾਹਦੇ 'ਤੇ ਬੁਣਿਆ ਜਾਂਦਾ ਗਾ, ਲੂਮਸ 'ਤੇ। ਲੂਮ ਕੀ ਹੁੰਦਾ ਗਾ, ਖੱਡੀਆਂ, ਇਹ ਇੱਕ ਯੰਤਰ ਗਾ ਜਿੱਥੇ ਕਿ ਕੱਪੜੇ ਨੂੰ ਜਿਹੜਾ ਬੁਣਿਆ ਜਾਂਦਾ ਤਿਆਰ ਕੀਤਾ ਜਾਂਦਾ ਗਾ। ਤਾਂ ਲੂਮਸ ਆਰ ਈਦਰ ਹੈਂਡ ਓਪਰੇਟਡ ਔਰ ਪਾਵਰ ਓਪਰੇਟਡ, ਹੁਣ ਇਹ ਮਸ਼ੀਨ ਨਾਲ ਵੀ ਬੁਣਿਆ ਜਾ ਸਕਦਾ ਗਾ ਅਤੇ ਹੱਥਾਂ ਨਾਲ ਵੀ ਤਿਆਰ ਕੀਤਾ ਜਾ ਸਕਦਾ। ਜਿਹੜੇ ਲੂਮਸ ਹੁੰਦੇ ਨੇਗੇ ਉਹਦੇ ਨਾਲ ਕੀ ਕੀਤਾ ਜਾਂਦਾ ਕੱਪੜੇ ਨੂੰ ਬੁਣਿਆ ਜਾਂਦਾ ਗਾ। ਅੱਗੇ ਹੈਗੀ ਨੀਟਿੰਗ। ਨੀਟਿੰਗ ਦੇ ਵਿੱਚ ਕੀ ਹੁੰਦਾ ਕਹਿੰਦੇ ਹੈਵ ਯੂ ਨੋਟਿਸ ਹਾਊ ਸਵੈਟਰਸ ਆਰ ਨੀਟਡ, ਹੁਣ ਇੱਕ ਤਾਂ ਅਸੀਂ ਕੱਪੜੇ ਜਿਹੜਾ ਆਪਾਂ ਪਾਉਣੇ ਹੈਗੇ ਉਹ ਕਿਵੇਂ ਕੀਤੇ ਹੁੰਦੇ ਨੇ, ਉਹ ਵੀਵਿੰਗ ਕੀਤੀ ਹੁੰਦੀ, ਉਹਨਾਂ ਨੂੰ ਧਾਗਾ ਉੱਪਰ ਨੀਚੇ ਕਰਕੇ ਬੁਣਿਆ ਜਾਂਦਾ ਗਾ। ਨੀਟਿੰਗ ਦੇ ਵਿੱਚ ਕੀ ਹੁੰਦਾ ਗਾ, ਜਿਹੜੇ ਆਪਾਂ ਸਿਲਾਈਆਂ ਨਾਲ ਜਿਵੇਂ ਸਵੈਟਰ ਵਗੈਰਾ ਹੁੰਦੇ ਨੇ ਇਹਨੂੰ ਕੀ ਕੀਤਾ ਨਿੱਟ ਕੀਤਾ ਜਾਂਦਾ, ਸਿਲਾਈਆਂ ਨਾਲ ਬੁਣਿਆ ਜਾਂਦਾ ਗਾ, ਇਹਨੂੰ ਆਪਾਂ ਕਹਿੰਦੇ ਨੀਟਿੰਗ। ਇਹ ਨੀਟਿੰਗ ਆ ਸਿੰਗਲ ਜਾਰਨ ਇਜ਼ ਵੀਵਿੰਗ ਐਂਡ ਨੀਟਿੰਗ ਆਰ ਯੂਜ਼ਡ ਫਾਰ ਮੇਕਿੰਗ ਡਿਫਰੈਂਟ ਕਾਈਂਡ ਆਫ ਫੈਬਰਿਕ, ਦੀਜ਼ ਫੈਬਰਿਕਸ ਆਰ ਯੂਜ਼ਡ ਫਾਰ ਵੈਰਾਈਟੀ ਆਫ ਕਲੋਥਿੰਗ ਆਈਟਮਸ। ਬੁਣਾਈ ਕਿਵੇਂ ਕੀਤੀ ਹੈਗੀ, ਇਹਦੇ ਵਿੱਚ ਕੀ ਕੀਤਾ ਜਾਂਦਾ ਗਾ ਵੀ ਜਿਹੜੇ ਉਹ ਹੁੰਦੇ ਅੱਗੇ ਨੀਟਿੰਗ ਦੇ ਵਿੱਚ ਕੀ ਹੁੰਦਾ ਗਾ, ਜਿਹੜੇ ਕੱਪੜੇ ਹੈਗੇ ਬੁਣੇ ਜਾਂਦੇ ਨੇ। ਕਿਵੇਂ ਬੁਣੇ ਨੇ, ਸਿੰਗਲ ਜਾਰਨ ਇਜ਼ ਯੂਜ਼ ਟੂ ਮੇਕ ਅ ਪੀਸ ਆਫ ਫੈਬਰਿਕ, ਹੈਵ ਯੂ ਈਵਰ ਪੁਲਡ ਦ ਜਾਰਨ ਫਰੋਮ ਅ torn pair of socks, what happen, a single yarn gets pulled out continuously as the fabric gets unraveled. Socks and many other clothes items are made of knitting fabrics. Knitting is done by hand and also on machines. ਇਹ ਵੀ ਨੀਟਿੰਗ ਵੀ ਮਸ਼ੀਨਾਂ ਨਾਲ ਵੀ ਕੀਤੀ ਜਾਂਦੀ ਹੈ, ਹੱਥ ਨਾਲ ਵੀ ਕੀਤੀ ਜਾਂਦੀ ਹੈ, ਹੱਥ ਨਾਲ ਸਿਲਾਈਆਂ ਨਾਲ ਕੀਤੀ ਜਾਂਦੀ ਹੈਗੀ। ਅਤੇ ਇਹਦੇ ਵਿੱਚ ਕੀ ਹੁੰਦਾ ਗਾ ਵੀ ਇੱਕ ਹੀ ਧਾਗਾ ਹੁੰਦਾ ਗਾ ਜਿਹਨੂੰ ਬੁਣਿਆ ਜਾਂਦਾ ਗਾ। ਜੇ ਆਪਾਂ ਜਿਹੜੀਆਂ ਕਿ ਜਰਾਬਾਂ ਹੁੰਦੀਆਂ, ਕੋਟੀ ਹੁੰਦੀ, ਜਦੋਂ ਆਪਾਂ ਇੱਕ ਧਾਗਾ ਵੀ ਖਿੱਚ ਲਈ ਸਾਰਾ ਉਧੜਨ ਲੱਗ ਜਾਂਦਾ ਗਾ। ਅਤੇ ਉਹਦੇ ਵਿੱਚ ਕੀ ਹੁੰਦਾ, ਜਿਹੜਾ ਉਹ ਕੱਪੜਾ ਵੀਵ ਕੀਤਾ ਸੀ ਉਹਦੇ ਵਿੱਚ ਵੀਵਿੰਗ 'ਚ ਕੀ ਹੁੰਦਾ ਗਾ, ਦੋ ਧਾਗੇ ਹੁੰਦੇ ਨੇਗੇ, ਇੱਕ ਉੱਪਰ ਇੱਕ ਨੀਚੇ ਕਰਕੇ ਬੁਣਿਆ ਜਾਂਦਾ ਗਾ। ਅਤੇ ਜਿਹੜੀ ਨੀਟਿੰਗ ਆ ਇਹਦੇ ਵਿੱਚ ਇੱਕ ਹੀ ਧਾਗਾ ਹੁੰਦਾ ਗਾ ਜਿਹਨੂੰ ਬੁਣਿਆ ਜਾਂਦਾ ਗਾ, ਜਿਹਦੇ ਨਾਲ ਕੀ ਹੁੰਦਾ ਗਾ ਸਿਲਾਈਆਂ ਨਾਲ ਜਾਂ ਮਸ਼ੀਨਾਂ ਨਾਲ ਬੁਣਿਆ ਜਾਂਦਾ ਗਾ। Weaving and knitting are used for making different kind of fabrics. These fabrics are used for variety of clothing items. ਕਹਿੰਦੇ ਵੀਵਿੰਗ ਅਤੇ ਨੀਟਿੰਗ ਆ ਬਹੁਤ ਸਾਰੇ ਕੱਪੜੇ ਬਣਾਉਣ ਦੇ ਲਈ ਯੂਜ਼ ਕੀਤੀ ਜਾਂਦੀ ਹੈਗੀ, ਮਤਲਬ ਬਹੁਤ ਕੱਪੜਿਆਂ ਨੂੰ ਬੁਣਿਆ ਜਾਂਦਾ ਗਾ ਅਤੇ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਕੱਪੜੇ ਬੁਣੇ ਜਾਂਦੇ ਨੇਗੇ। ਹਿਸਟਰੀ ਆਫ ਕਲੋਥਿੰਗ ਮਟੀਰੀਅਲ, ਅੱਗੇ ਆਪਾਂ ਦੇਖਣਾ ਹਿਸਟਰੀ ਕੀ ਹੈਗੀ ਕੱਪੜੇ ਦੀ, ਜਿਹੜੀ ਕਲੋਥ ਦੀ ਕਿਵੇਂ ਕੱਪੜਾ ਜਿਹੜਾ ਕਿਵੇਂ ਹਿਸਟਰੀ ਕੀ ਸੀ ਇਹਦੀ, ਕਿਵੇਂ ਕੱਪੜਾ ਜਿਹੜਾ ਆਇਆ ਸੀਗਾ ਹੋਂਦ 'ਚ। ਆਪਾਂ ਇਹਦਾ ਓਵਰਵਿਊ ਅਤੇ ਹਿਸਟਰੀ ਆਪਾਂ ਲਾਸਟ ਵੀਡੀਓ 'ਚ ਬਣਾਵਾਂਗੇ। ਚਲੋ ਅੱਜ ਲਈ ਇੰਨਾ ਹੀ। ਆਪਣੇ ਫਰੈਂਡਸ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ।